ਹੈਲੋ ਫਰੈਂਡਸ, ਅੱਜ ਆਪਾਂ ਵਾਕ ਬਣਤਰ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਵੀ ਵਾਕ ਦੇ ਵਿੱਚ ਕਿਹੜਾ ਸਟਰਕਚਰ ਲੱਗਦਾ, ਕਿਹੜੀਆਂ ਇਕਾਈਆਂ ਹੁੰਦੀਆਂ ਜਿਹੜੀਆਂ ਇੱਕ ਵਾਕ ਨੂੰ ਬਣਾਉਣ ਦੇ ਵਿੱਚ ਸਹਾਇਕ ਹੁੰਦੀਆਂ ਹਨ। ਇਹ ਜਿਹੜਾ ਆਪਾਂ ਪੜ੍ਹ ਰਹੇ ਹਾਂ ਇਹ ਕਿਸੇ ਵੀ ਪੰਜਾਬੀ ਐਗਜ਼ਾਮ ਜਦੋਂ ਆਪਾਂ ਦੇਣ ਜਾਂਦੇ ਹਾਂ ਉਹਦੇ ਵਿੱਚ ਸਾਨੂੰ ਕੋਈ MCQ ਪੁੱਛ ਲਿਆ ਜਾਂਦਾ, ਉਹਦੇ ਵਿੱਚ ਵੀ ਇਹ ਕਿਹੜੀ ਇਕਾਈ ਹੈ ਜਾਂ ਵਾਕ ਵਿੱਚ ਉਦੇਸ਼ ਵਿਧੇਯ ਕੀ ਹੁੰਦੇ ਆ। ਮਾਸਟਰ ਕੇਡਰ ਵਿੱਚ ਵੀ ਸਾਨੂੰ ਆਪਾਂ MCQ ਵੀ ਇਸ ਦੇ ਨਾਲ ਰਿਲੇਟਡ ਕਰਾਂਗੇ, ਬਟ ਪਹਿਲਾਂ ਆਪਾਂ ਇਹਦਾ ਜਿਹੜੀ ਥਿਊਰੀ ਪੜ੍ਹ ਲੈਂਦੇ ਹਾਂ, ਸਟਰਕਚਰ ਕੀ ਹੁੰਦਾ ਪਹਿਲਾਂ ਇਹਨੂੰ ਆਪਾਂ ਐਜ਼ ਆ ਥਿਊਰੀ ਪੜ੍ਹ ਲੈਂਦੇ ਹਾਂ। ਸੋ ਸ਼ੁਰੂ ਕਰਦੇ ਹਾਂ। ਪਹਿਲਾਂ ਵਾਕ ਬਣਤਰ। ਹੈਲੀਡੇ ਨੇ ਰੈਂਕ ਸਕੇਲ 'ਤੇ ਅੰਕਿਤ ਕੀਤਾ। ਜਿਹੜਾ ਵਾਕ ਆ, ਵਾਕ, ਉਪਵਾਕ ਅਤੇ ਵਾਕੰਸ਼, ਇਹਨਾਂ ਤਿੰਨਾਂ ਨੂੰ ਹੈਡੀਲੇ ਨੇ ਰੈਂਕ ਸਕੇਲ 'ਤੇ ਅੰਕਿਤ ਕੀਤਾ ਕਿ ਐਵੇਂ ਉਹਨਾਂ ਨੇ ਰੈਂਕ ਸਕੇਲ ਦੇ ਉੱਤੇ ਸਭ ਤੋਂ ਪਹਿਲਾਂ ਕੀ ਰੱਖਿਆ? ਵਾਕ ਰੱਖਿਆ, ਫਿਰ ਉਪਵਾਕ ਅਤੇ ਫਿਰ ਵਾਕੰਸ਼। ਜਿਹੜਾ ਵਾਕ ਹੁੰਦਾ ਇਹ ਹੁੰਦਾ ਸੁਤੰਤਰ ਹੁੰਦਾ ਇੱਕ ਤਾਂ, ਦੂਸਰਾ ਇਹ ਸਭ ਤੋਂ ਵੱਡੀ ਵਿਆਕਰਨਿਕ ਇਕਾਈ ਹੁੰਦੀ ਆ। ਵਾਕ ਕੀ ਹੁੰਦਾ? ਇੱਕ ਸੁਤੰਤਰ ਟਰਮ ਆ ਜਿਹੜੀ ਵਿਆਕਰਨ ਦੇ ਵਿੱਚ ਸਭ ਤੋਂ ਵੱਡੀ ਇਕਾਈ ਮੰਨੀ ਜਾਂਦੀ ਹੈ। ਇਸ ਤੋਂ ਅੱਗੇ ਆ ਜਾਂਦਾ ਉਪਵਾਕ, ਜਿਹੜਾ ਵਾਕ ਦਾ ਹੀ ਇੱਕ ਪਾਰਟ ਹੁੰਦਾ। ਇਸ ਤੋਂ ਬਾਅਦ ਆਉਂਦਾ ਵਾਕੰਸ਼। ਵਾਕੰਸ਼ ਮੀਨਸ ਫਰੇਜ਼ ਹੁੰਦਾ। ਵਾਕੰਸ਼ ਮਤਲਬ ਵਾਕ ਦਾ ਕੋਈ ਛੋਟਾ ਜਿਹਾ ਅੰਸ਼। ਸ਼ਬਦ ਇੱਕ ਕੋਸ਼ੀ ਮਦ ਹੈ। ਸੰਸਕ੍ਰਿਤ ਵਿੱਚ ਵਾਕੰਸ਼ ਲਈ ਪਦ ਟਰਮ ਵਰਤੀ ਜਾਂਦੀ ਹੈ। ਸ਼ਬਦ ਦਾ ਅਸਤਿਤਵ ਵਾਕ ਤੋਂ ਬਾਹਰ ਹੈ। ਸ਼ਬਦ ਵਾਕ ਵਰਤੋਂ ਵਿੱਚ ਹੀ ਪਦ ਬਣਦਾ ਹੈ। ਵਾਕ ਸ਼ਬਦ ਵਾਕ ਮੁਕਤ ਹੈ ਪਰ ਪਦ ਵਾਕ ਵੱਧ ਹੈ। ਜਿਹੜਾ ਸ਼ਬਦ ਹੁੰਦਾ ਹੈ ਇਹ ਇੱਕ ਕੋਸ਼ੀ ਮਦ ਹੈ, ਮਤਲਬ ਜਿਹੜਾ ਸ਼ਬਦ ਆ ਉਹ ਇੱਕ ਸੁਤੰਤਰ ਆ, ਆਪਣੇ ਆਪ ਦੇ ਵਿੱਚ ਸੁਤੰਤਰ ਆ। ਜਿਵੇਂ ਪੰਛੀ ਹੋ ਗਿਆ, ਇਹ ਕੋਈ ਸ਼ਬਦ ਹੈ। ਪੰਛੀ, ਰੋਟੀ, ਆਪਾਂ ਨੂੰ ਇਹਨਾਂ ਨੇ ਸਮਝ ਆ ਰਿਹਾ, ਬਟ ਜਿਹੜੇ ਵਾਕੰਸ਼ ਹੁੰਦੇ ਨੇ ਇਹ ਸੁਤੰਤਰ ਨਹੀਂ ਹੁੰਦੇ, ਇਹ ਕਿਸੇ ਵਾਕ ਦੇ ਨਾਲ ਜੁੜ ਕੇ ਹੀ ਆਪਣੇ ਅਰਥ ਜਿਹੜੇ ਹੈਗੇ ਆ ਪ੍ਰਗਟ ਕਰਦੇ ਆ। ਇਹਨੂੰ ਸੰਸਕ੍ਰਿਤ ਦੇ ਵਿੱਚ ਪਦ ਕਿਹਾ ਜਾਂਦਾ ਹੈਗਾ, ਵਾਕੰਸ਼ ਨੂੰ। ਸ਼ਬਦ ਦਾ ਅਸਤਿਤਵ ਤਾਂ ਵਾਕ ਤੋਂ ਬਾਹਰ ਵੀ ਹੁੰਦਾ ਹੈ, ਬਟ ਜਿਹੜਾ ਵਾਕੰਸ਼ ਆ ਉਹਦਾ ਅਸਤਿਤਵ ਵਾਕ ਤੋਂ ਬਾਹਰ ਨਹੀਂ ਹੁੰਦਾ। ਉਹ ਜਦੋਂ ਵਾਕ ਦੇ ਨਾਲ ਵਾਕੰਸ਼ ਜੁੜਦਾ ਹੈ ਤਾਂ ਕੀ ਆ, ਉਹ ਕੋਈ ਅਰਥ ਗ੍ਰਹਿਣ ਕਰਦਾ। ਫੋਰ ਐਗਜ਼ਾਮਪਲ ਆਪਾਂ ਅੱਗੇ ਪੜ੍ਹਦੇ ਹਾਂ, ਕੋਈ ਸ਼ਬਦ ਲੜੀ ਵਾਕ ਤਦ ਹੀ ਬਣਦੀ ਹੈ ਜਦੋਂ ਕੜੀਦਾਰ ਸੰਬੰਧਾਂ ਵਿੱਚ ਬੱਝ ਕੇ ਕਿਸੇ ਕਾਰਜ ਦਾ ਪ੍ਰਗਟਾਵਾ ਕਾਲ ਵਿੱਚ ਕਰੇ। ਮਤਲਬ ਕਿ ਇਹ ਨਹੀਂ ਹੁੰਦਾ ਵੀ ਆਪਾਂ ਕੋਈ ਵੀ ਸ਼ਬਦਾਂ ਦੀ ਲੜੀ ਆਪਾਂ ਵੈਸੇ ਹੀ ਜੋੜ ਦਿੰਦੇ ਹਾਂ, ਉਹ ਨਹੀਂ ਹੁੰਦਾ। ਵਾਕ ਕਦੋਂ ਬਣੂਗੀ? ਉਹ ਜਦੋਂ ਕੜੀਦਾਰ ਸੰਬੰਧਾਂ ਵਿੱਚ ਬੱਝੀ ਹੋਊਗੀ ਅਤੇ ਕਿਸੇ ਕਾਰਜ ਦਾ ਪ੍ਰਗਟਾਵਾ ਕਰਦੀ ਹੋਵੇ ਕਿਸੇ ਕਾਲ ਦੇ ਵਿੱਚ, ਕਿਸੇ ਟੈਂਸ ਵਿੱਚ। ਜਿਵੇਂ ਪਾਸਟ, ਪ੍ਰੈਜੈਂਟ, ਫਿਊਚਰ ਟੈਂਸ ਹੋ ਗਿਆ ਨਾ, ਪੰਜਾਬੀ 'ਚ ਕਹਿੰਦੇ ਆਪਾਂ ਭੂਤ ਕਾਲ, ਭਵਿੱਖ ਕਾਲ, ਵਰਤਮਾਨ ਕਾਲ। ਜਦੋਂ ਕਿਸੇ ਕੰਮ ਦਾ ਸਾਨੂੰ ਪਤਾ ਲੱਗਦਾ ਕੀ ਕੰਮ ਹੋ ਰਿਹਾ, ਕਦੋਂ ਕੰਮ ਹੋਇਆ, ਅਤੇ ਜਿਹੜੇ ਸੰਬੰਧ ਹੁੰਦੇ ਕਰਤਾ, ਕਰਮ, ਕਿਰਿਆ, ਇਹਨਾਂ ਵਿੱਚ ਬੱਝ ਕੇ ਪ੍ਰਗਟਾਵਾ ਕਰਦੀ ਆ, ਉਹਨੂੰ ਆਪਾਂ ਕੀ ਕਹਿੰਦੇ ਆ? ਵਾਕ। ਵੀ ਹਾਂ, ਇੱਕ ਇਹ ਕੀ ਆ? ਇੱਕ ਸੁਤੰਤਰ ਵਾਕ ਆ। ਜਿਵੇਂ ਇੱਥੇ ਲਿਖਿਆ ਹੋਇਆ, ਉੜਦਾ ਪੰਛੀ, ਬਾਸੀ ਰੋਟੀ। ਇਹ ਕੀ ਨੇ? ਵਾਕ ਨਹੀਂ ਹੈਗੇ। ਜਿਵੇਂ ਉੜਦਾ ਪੰਛੀ, ਸਾਨੂੰ ਕੁਛ ਪਤਾ ਹੀ ਨਹੀਂ ਲੱਗ ਰਿਹਾ ਕਾਲ ਦਾ ਵੀ ਪੰਛੀ ਕਦੋਂ ਉੜਦਾ, ਜਾਂ ਇੱਕ ਬਾਸੀ ਰੋਟੀ ਮਤਲਬ ਕੀ ਹੈ ਇਹ, ਕਿਉਂਕਿ ਇਹ ਜਿਹੜੇ ਨਾਮ ਦੇ ਵਿਸ਼ੇਸ਼ਣੀ ਪੱਖ ਨਾਲ ਸੰਬੰਧਿਤ ਹੈ। ਜਦੋਂ ਕਿ ਭਾਸ਼ਾ ਦਾ ਹਰੇਕ ਵਾਕ ਕਿਸੇ ਕਿਰਿਆ ਪਦ ਦੇ ਨਾਂ ਪਦ ਨਾਲ ਸੰਬੰਧ ਨੂੰ ਕਾਲ ਵਿੱਚ ਉਜਾਗਰ ਕਰਨ ਨਾਲ ਸੰਬੰਧਿਤ ਹੁੰਦਾ ਹੈ। ਮਤਲਬ ਕੀ ਹੈ ਵੀ ਨਾਮ ਇੱਕ ਹੁੰਦਾ, ਵਾਕ ਦੇ ਵਿੱਚ ਨਾਮ ਹੁੰਦਾ, ਇੱਕ ਹੁੰਦੀ ਕਿਰਿਆ, ਇੱਕ ਕਿਰਿਆ ਹੁੰਦੀ ਆ। ਤਾਂ ਕਿਹੜਾ ਨਾਮ ਆ, ਹੈ ਨਾ, ਵੀ ਉਹ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਇੱਥੇ, ਨਾਮ ਜਿਹੜਾ ਆਪਾਂ ਬੋਲ ਰਹੇ ਹਾਂ, ਉਹ ਕੀ ਕਿਰਿਆ ਕਰ ਰਿਹਾ ਅਤੇ ਕਿਹੜੇ ਕਾਲ ਵਿੱਚ ਕਰ ਰਿਹਾ, ਕਦੋਂ ਦੀ ਗੱਲ ਹੈਗੀ, ਸਾਰਾ ਕੁਛ
ਜਿੰਨਾ ਟਾਈਮ ਇਹ ਸਾਨੂੰ ਪਤਾ ਨਹੀਂ ਲੱਗਦਾ ਉਹਨਾਂ ਟਾਈਮ ਅਸੀਂ ਕਹਿ ਨਹੀਂ ਸਕਦੇ ਵੀ ਇਹ ਵਾਕ ਹੈ, ਜਦੋਂ ਸਾਨੂੰ ਸਮਝ ਹੀ ਨਹੀਂ ਆ ਰਹੀ। ਜਦੋਂ ਆਪਾਂ ਇੱਥੇ ਬੋਲਤਾ ਉੜਦਾ ਪੰਛੀ ਬਾਸੀ ਰੋਟੀ, ਸਾਨੂੰ ਕੁਝ ਸਮਝ ਨਹੀਂ ਆਇਆ ਕੀ ਇਹ, ਪਰ ਜਦੋਂ ਅਸੀਂ ਕਹਾਂਗੇ ਪੰਛੀ ਉੜਦਾ ਹੈ, ਇਹ ਕੀ ਬਣ ਗਿਆ? ਵਾਕ। ਸਾਨੂੰ ਪਤਾ ਲੱਗ ਗਿਆ ਹੈ, ਪ੍ਰੈਜੈਂਟ ਦੀ ਗੱਲ ਹੈ ਨਾ। ਪੰਛੀ ਉੜਦਾ ਹੈ ਮਤਲਬ ਪੰਛੀ ਉੱਡ ਰਿਹਾ, ਹੁਣ ਪੰਛੀ ਉੜਦਾ ਹੈ, ਪ੍ਰੈਜੈਂਟ ਦੀ ਗੱਲ ਆ। ਨੈਕਸਟ ਆਪਾਂ ਦੇਖਦੇ ਹਾਂ ਉਦੇਸ਼ ਤੇ ਵਿਧੇਯ, ਜਿਹੜੇ ਇੱਕ ਵਾਕ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦੇ ਆ ਉਦੇਸ਼ ਤੇ ਵਿਧੇਯ। ਵਾਕ ਵਿੱਚ ਜਿਸ ਬਾਰੇ ਕੁਝ ਕਿਹਾ ਗਿਆ ਹੁੰਦਾ ਹੈ ਉਸਨੂੰ ਉਦੇਸ਼ ਕਿਹਾ ਜਾਂਦਾ ਹੈ। ਜਿਵੇਂ ਕਿਸੇ ਵਾਕ ਦੇ ਵਿੱਚ ਕਿਸੇ ਵਾਕ ਦੇ ਵਿੱਚ ਕੁਝ ਗੱਲ ਕਹੀ ਗਈ ਆ, ਉਹ ਕੀ ਹੋ ਗਿਆ? ਉਹ ਹੋ ਗਿਆ ਵਾਕ ਦਾ ਉਦੇਸ਼। ਬਟ ਜੋ ਕੁਝ ਉਦੇਸ਼ ਬਾਰੇ ਕਿਹਾ ਗਿਆ ਉਹਨੂੰ ਆਪਾਂ ਵਿਧੇਯ ਕਹਿੰਦੇ ਹਾਂ। ਜਿਹੜਾ ਕੁਝ ਉਦੇਸ਼ ਬਾਰੇ ਕਿਹਾ ਗਿਆ ਉਹ ਕੀ ਹੁੰਦਾ? ਉਹ ਹੁੰਦਾ ਵਿਧੇਯ ਹੁੰਦਾ। ਅਤੇ ਉਦੇਸ਼ ਉਹ ਹੁੰਦਾ ਜਿਹਦੇ ਬਾਰੇ ਵਾਕ ਦੇ ਵਿੱਚ ਗੱਲ ਕੀਤੀ ਗਈ ਹੁੰਦੀ। ਜਿਵੇਂ ਉਦੇਸ਼ ਨੂੰ ਆਪਾਂ ਸਬਜੈਕਟ ਕਹਿੰਦੇ ਹਾਂ, ਵਿਧੇਯ ਨੂੰ ਪ੍ਰੈਡੀਕੇਟ ਕਹਿੰਦੇ ਹਾਂ। ਉਦੇਸ਼ ਕੀ ਹੈ? ਜਿਵੇਂ ਆਪਾਂ ਇੱਕ ਸੈਂਟੈਂਸ ਲੈਂਦੇ ਹਾਂ, ਕੁੱਤਾ ਭੌਂਕਦਾ ਹੈ। ਕੁੱਤਾ ਭੌਂਕਦਾ ਹੈ, ਉਦੇਸ਼ ਕੀ ਆ? ਕੁੱਤਾ, ਕਿਉਂਕਿ ਇਹਦੇ ਬਾਰੇ ਗੱਲ ਆਪਾਂ ਕਰ ਰਹੇ ਹਾਂ। ਭੌਂਕਦਾ ਹੈ ਇਹ ਕੀ ਵਿਧੇਯ ਹੈ, ਕਿਉਂਕਿ ਭੌਂਕਦਾ ਹੈ ਕੀ ਆ? ਇਹ ਸਾਨੂੰ ਉਦੇਸ਼ ਬਾਰੇ, ਉਦੇਸ਼ ਕੀ ਹੈ? ਕੁੱਤਾ। ਕੁੱਤਾ ਭੌਂਕਦਾ ਹੈ, ਭੌਂਕਦਾ ਸਾਨੂੰ ਦੱਸ ਰਿਹਾ ਵੀ ਕੀ ਉਦੇਸ਼ ਆ? ਕੁੱਤਾ ਭੌਂਕਦਾ ਹੈ। ਭੌਂਕਦਾ ਹੈ ਵਿਧੇਯ, ਪ੍ਰੈਡੀਕੇਟ ਆ। ਇਸ ਤੋਂ ਨੈਕਸਟ ਦੇਖਦੇ ਹਾਂ, ਰੋਗੀ ਚੀਕਾਂ ਮਾਰਦਾ ਹੈ। ਰੋਗੀ, ਜਿਵੇਂ ਇਹ ਵਾਕ ਇੱਕ ਸਮਝੋ, ਇਹ ਵਾਕ ਹੈ, ਰੋਗੀ ਚੀਕਾਂ ਮਾਰਦਾ ਹੈ। ਇਹਦੇ ਵਿੱਚ ਕਿਹਦੇ ਬਾਰੇ ਗੱਲ ਕਰ ਰਹੇ ਹਾਂ ਆਪਾਂ? ਰੋਗੀ ਬਾਰੇ ਗੱਲ ਕਰ ਰਹੇ ਹਾਂ। ਅਤੇ ਹੁਣ ਇਹ ਚੀਕਾਂ ਮਾਰਦਾ ਹੈ, ਇਹਨਾਂ ਨੇ ਲਿਖਿਆ ਜੋ ਕੁਝ ਉਦੇਸ਼ ਬਾਰੇ ਕਿਹਾ ਗਿਆ। ਰੋਗੀ ਕੀ ਹੈ? ਸਾਡਾ ਉਦੇਸ਼। ਰੋਗੀ ਕੀ ਆ? ਉਦੇਸ਼ ਹੈ। ਚੀਕਾਂ ਮਾਰਦਾ ਹੈ, ਚੀਕਾਂ ਕੌਣ ਮਾਰਦਾ? ਰੋਗੀ। ਉਦੇਸ਼ ਹੈ ਨਾ ਰੋਗੀ ਸਾਡਾ, ਤਾਂ ਚੀਕਾਂ ਮਾਰਦਾ ਕੀ ਆ ਜੂਗਾ? ਇਹ ਆ ਜੂ ਵਿਧੇਯ। ਜੋ ਕੁਝ ਉਦੇਸ਼ ਬਾਰੇ ਕਿਹਾ ਗਿਆ ਉਸਨੂੰ ਆਪਾਂ ਵਿਧੇਯ ਕਹਿੰਦੇ ਹਾਂ। ਗੁਲਾਬ ਦਾ ਫੁੱਲ, ਇਹ ਕੀ ਸਾਡਾ ਉਦੇਸ਼ ਹੈ, ਬੜਾ ਖੂਬਸੂਰਤ ਹੈ। ਗੁਲਾਬ ਦੇ ਫੁੱਲ ਬਾਰੇ ਕਿਹਾ ਗਿਆ ਨਾ ਇੱਥੇ ਵੀ ਬੜਾ ਖੂਬਸੂਰਤ ਹੈ। ਗੁਲਾਬ ਦਾ ਫੁੱਲ ਕੀ ਆ? ਉਦੇਸ਼। ਵਾਕ ਦੇ ਵਿੱਚ ਆਪਾਂ ਕਿਹਦੀ ਗੱਲ ਕਰ ਰਹੇ ਹਾਂ? ਗੁਲਾਬ ਦੇ ਫੁੱਲ ਦੀ ਗੱਲ ਕਰ ਰਹੇ ਹਾਂ, ਇਹ ਸਾਡਾ ਉਦੇਸ਼ ਹੈ। ਬਟ ਇਹਦੇ ਬਾਰੇ ਕੀ ਕਿਹਾ ਗਿਆ? ਇਹਦੇ ਬਾਰੇ ਕਿਹਾ ਗਿਆ ਕਿ ਗੁਲਾਬ ਦਾ ਫੁੱਲ ਬੜਾ ਖੂਬਸੂਰਤ ਹੈ। ਆਈ ਹੋਪ ਤੁਹਾਨੂੰ ਸਮਝ ਲੱਗ ਰਿਹਾ ਹੋਵੇਗਾ। ਉਦੇਸ਼ ਨੂੰ ਅਸੀਂ ਨਾਂਵ ਵਾਕੰਸ਼ ਵੀ ਕਹਿ ਦਿੰਦੇ ਹਾਂ ਅਤੇ ਵਿਧੇਯ ਨੂੰ ਅਸੀਂ ਕਿਰਿਆ ਵਾਕੰਸ਼ ਵੀ ਕਹਿ ਦਿੰਦੇ ਹਾਂ। ਨਾਂਵ ਵਾਕੰਸ਼ ਔਰ ਕਿਰਿਆ ਵਾਕੰਸ਼। ਨੈਕਸਟ ਹੈਗਾ ਉਦੇਸ਼ ਦੀ ਬਣਤਰ ਵਿੱਚ ਨਾਮ, ਪੜਨਾਮ ਜਾਂ ਨਾਮ ਨਾਲ ਵਿਸ਼ੇਸ਼ਕ ਵਿਚਰ ਕੇ ਨਾਂਵ ਵਾਕੰਸ਼ ਵਜੋਂ ਕਾਰਜ ਕਰਦੇ ਹਨ। ਤਾਂ ਤੁਹਾਨੂੰ ਸਮਝ ਹੀ ਲੱਗ ਗਿਆ ਹੋਊਗਾ। ਕਈ ਵਾਰ ਵਿਸ਼ੇਸ਼ਣ ਨੂੰ ਨਾਂਵ ਵਾਕੰਸ਼ ਵਾਂਗ ਵੀ ਵਰਤ ਲਿਆ ਜਾਂਦਾ। ਜਿਵੇਂ ਇੱਥੇ ਨਾ ਨਾਮ ਆ ਜਿਹੜਾ, ਜਿਵੇਂ ਬਹੁਤ ਖੂਬਸੂਰਤ ਹੋਣਾ ਜਾਂ ਸੋਹਣਾ ਮੁੰਡਾ ਕੰਮ ਕਰ ਰਿਹਾ ਹੈ, ਅਤੇ ਸੋਹਣਾ ਮੁੰਡਾ ਇਹ ਕੀ ਹੈ? ਇਹ ਆਪਾਂ ਇਹਨੂੰ ਨਾਮ ਹੀ ਸਮਝਾਂਗੇ। ਵਿਸ਼ੇਸ਼ਣ ਵੀ ਲੱਗਾ ਹੋਇਆ ਨਾ, ਸੋਹਣਾ ਮੁੰਡਾ, ਮੁੰਡਾ ਦਾ ਨਾਮ ਆ, ਵਿਸ਼ੇਸ਼ਣ ਵੀ ਇਹਦੇ ਮੂਹਰੇ ਲੱਗਿਆ ਹੋਇਆ, ਤਾਂ ਕਰਕੇ ਇਹਨੂੰ ਸਾਰਿਆਂ ਨੂੰ ਆਪਾਂ ਨਾਮ ਹੀ ਸਮਝ ਲਵਾਂਗੇ। ਜਿਸ ਵਾਕ ਨਾਲ ਨੇ ਸੰਬੰਧਕ ਲੱਗਾ ਹੁੰਦਾ ਹੈ ਉਹ ਉਦੇਸ਼ ਹੁੰਦਾ ਹੈ। ਇਹ ਤਾਂ ਆਪਾਂ ਉਦੇਸ਼ ਤੇ ਵਿਧੇਯ ਦੀਆਂ ਮੇਨ ਜਿਹੜੀ ਹੈਗੀ ਸਾਨੂੰ ਆਹ ਐਗਜ਼ਾਮਪਲ ਸਾਨੂੰ ਯਾਦ ਰੱਖ ਲਿਓ ਤੁਸੀਂ। ਇਹ ਤੁਹਾਨੂੰ ਇਹਦੇ ਨਾਲ ਹੀ ਸਮਝ ਆ ਜੂ। ਤੁਸੀਂ ਆਹ ਐਗਜ਼ਾਮਪਲ ਦੇ ਨਾਲ ਤੁਹਾਨੂੰ ਐਗਜ਼ਾਮਪਲ ਨਹੀਂ ਯਾਦ ਹੁੰਦੀਆਂ, ਉਹਨਾਂ ਟਾਈਮ ਤੁਹਾਨੂੰ ਜਿਹੜੀ ਹੈਗੀ ਹੈ ਪਰਿਭਾਸ਼ਾ ਵੀ ਨਹੀਂ ਯਾਦ ਹੋਣੀ ਵੀ ਕਿਵੇਂ ਆ। ਸਭ ਤੋਂ ਇਸ ਤੋਂ ਨੈਕਸਟ ਦੇਖਦੇ ਹਾਂ ਆਪਾਂ ਉਚਾਰ ਕੀ ਹੁੰਦਾ। ਉਚਾਰ ਵਾਕ ਦੀ ਛੋਟੀ ਜਿਹੀ ਹੋਂਦ ਹੁੰਦੀ ਆ। ਹੈਰਿਸ ਨੇ ਇਹਨੂੰ ਵਾਰਤਾਲਾਪ ਦਾ ਟੁਕੜਾ ਕਿਹਾ। ਵਾਰਤਾਲਾਪ ਦਾ ਟੁਕੜਾ ਕਿਹਾ। ਸਸਿਊਰ ਨੇ ਕੀ ਕਿਹਾ? ਸਸਿਊਰ ਦੇ ਹਵਾਲੇ ਨਾਲ ਆਪਾਂ ਦੇਖਦੇ ਹਾਂ। ਸਸਿਊਰ ਨੇ ਇਹਨੂੰ ਦੋ ਤਰ੍ਹਾਂ ਦੀ ਵੰਨਗੀ ਦਿੱਤੇ ਆ, ਪੂਰਨ ਉਚਾਰ ਅਤੇ ਅਪੂਰਨ।
ਜਿਹੜੇ ਪੂਰਨ ਹੁੰਦੇ ਨੇ ਉਹ ਸਾਡੀ ਜਿਹੜੀ ਕਲਚਰ ਦੇ ਵਿੱਚ ਹੁੰਦੇ ਨੇ, ਜਿਵੇਂ ਸਤਿ ਸ਼੍ਰੀ ਅਕਾਲ ਹੈ ਨਾ, ਸਾਨੂੰ ਸਮਝ ਆ ਗਿਆ। ਤੁਹਾਡੀ ਮਿਹਰਬਾਨੀ, ਇਹ ਵੀ ਸਾਨੂੰ ਸਮਝ ਆ ਗਿਆ। ਮਤਲਬ ਸਾਡੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਹੁੰਦੀਆਂ, ਤੁਸੀਂ ਇਹਨਾਂ ਵਿੱਚ ਲਿਖ ਲਓ। ਸਤਿ ਸ਼੍ਰੀ ਅਕਾਲ ਹੋ ਗਿਆ, ਸਾਡੀ ਸੰਸਕ੍ਰਿਤੀ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਇਹ ਅਪੂਰਨ ਨਹੀਂ ਹੈਗੀਆਂ, ਇਹ ਪੂਰਨ ਨੇ। ਉਸ ਤੋਂ ਬਾਅਦ ਆ ਜਾਂਦੇ ਅਪੂਰਨ ਉਚਾਰ ਕਿਹੜੇ ਹੁੰਦੇ ਆ। ਅਪੂਰਨ ਉਚਾਰ ਕਿਹੜੇ ਹੁੰਦੇ ਆ? ਆਓ ਜੀ ਬੈਠੋ, ਹੋਰ ਫਿਰ, ਠੀਕ ਹੈ, ਕਿੱਧਰੋਂ, ਸੁੱਖ ਨਾਲ ਹੀ, ਵੱਡੀ ਬਹੂ ਦਾਖਲ ਹੈ। ਇਹ ਸਾਨੂੰ, ਜੇ ਆਪਾਂ ਕਿਸੇ ਇਹਨੂੰ ਗੱਲਬਾਤ ਜਾਂ ਕਿਸੇ ਪ੍ਰਸੰਗ ਦੇ ਵਿੱਚ ਸਮਝਾਂਗੇ ਤਾਂ ਸਾਨੂੰ ਸਮਝ ਲੱਗ ਜੂ ਵੀ ਕੀ ਗੱਲ ਕਹਿ ਰਹੇ ਆ। ਬਟ ਜੇ ਆਪਾਂ ਇਹਨੂੰ ਵੈਸੇ ਹੀ ਦੇਖੀਏ, ਗੱਲ ਉਹ ਪ੍ਰਸੰਗ ਨਾਲ ਤੋੜ ਕੇ ਦੇਖੀਏ ਤਾਂ ਸਾਨੂੰ ਸਮਝ ਨਹੀਂ ਲੱਗੂ ਵੀ ਕੀ ਗੱਲ ਹੋ ਰਹੀ ਹੈ। ਜਿਵੇਂ ਵੀ ਆਪਾਂ ਪੁੱਛਦੇ ਹਾਂ ਕਿਸੇ ਨੂੰ, ਜੇ ਤਾਂ ਆਪਾਂ ਕਿਸੇ ਨੂੰ ਪੁੱਛਦੇ ਹਾਂ ਵੀ ਤੂੰ ਕਿੱਥੋਂ ਆਇਆ, ਉਹ ਕਹਿੰਦੇ ਉਹ ਸ਼ਹਿਰੋਂ। ਜੇ ਤਾਂ ਆਪਾਂ ਪ੍ਰਸੰਗ ਦੇ ਵਿੱਚ ਉਹਨੂੰ ਸਮਝ ਰਹੇ ਹਾਂ ਤਾਂ ਸਾਨੂੰ ਸਮਝ ਆ ਜੀ, ਅੱਛਾ ਵੀ ਸ਼ਹਿਰੋਂ, ਸ਼ਹਿਰੋਂ ਦਾ ਮਤਲਬ ਸ਼ਹਿਰ ਤੋਂ ਆਇਆ। ਅਤੇ ਜੇ ਅਸੀਂ ਪ੍ਰਸੰਗ ਤੋਂ ਨਹੀਂ ਤਾਂ ਸਾਨੂੰ ਸਮਝ ਨਹੀਂ ਆਊ ਵੀ ਸ਼ਹਿਰੋਂ ਦਾ ਮਤਲਬ ਕੀ ਹੈ। ਜਿਵੇਂ ਸ਼ਹਿਰੋਂ ਦਾ ਮਤਲਬ ਇੱਥੇ ਆਊਗਾ, ਮੈਂ ਸ਼ਹਿਰ ਤੋਂ ਆ ਰਿਹਾ ਹਾਂ। ਸ਼ਹਿਰ ਤੋਂ ਆ ਰਿਹਾ, ਸ਼ਹਿਰੋਂ ਮੀਨਜ਼ ਸ਼ਹਿਰ ਪਲੱਸ ਤੋਂ, ਇਹਦਾ ਬਣ ਜੂ ਸ਼ਹਿਰੋਂ। ਆਪਾਂ ਇਹਨਾਂ ਨੂੰ ਇਸ ਟਾਈਪ ਨਾਲ ਯੂਜ਼ ਕਰ ਲੈਂਦੇ ਹਾਂ, ਸ਼ਹਿਰੋਂ। ਜਿਵੇਂ ਜਪਜੀ ਸਾਹਿਬ ਦੇ ਵਿੱਚ ਵੀ ਆਉਂਦਾ ਜਿੰਨੀ, ਜਪਜੀ ਸਾਹਿਬ ਦੇ ਵਿੱਚ ਵੀ ਆਉਂਦਾ ਜਿੰਨੀ। ਜਿੰਨੀ ਦਾ ਅਰਥ ਹੈ ਜਿਨ੍ਹਾਂ ਨੇ, ਜਿਨ੍ਹਾਂ ਨੇ, ਜਿੰਨੀ ਨਾਮ ਧਿਆਇਆ। ਉਹ ਜਿਹੜੀ ਆਉਂਦੀ ਹੈ ਸਲੋਕ ਆਉਂਦਾ, ਉਹਦੇ ਵਿੱਚ ਵੀ ਇਹ ਵਰਤਿਆ ਗਿਆ, ਗੁਰਬਾਣੀ ਵਿੱਚ ਵੀ ਬਹੁਤ ਵਰਤਿਆ ਗਿਆ। ਅਸੀਂ ਆਮ ਵੀ ਆਪਣੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਇਹਨੂੰ ਵਰਤ ਲੈਂਦੇ ਹਾਂ। ਸੋ ਇਹ ਸੀ ਆਪਣਾ ਅੱਜ ਦਾ ਟੌਪਿਕ, ਵਾਕ ਦੀ ਬਣਤਰ ਬਾਰੇ ਆਪਾਂ ਪੜ੍ਹਿਆ। ਸੋ ਨੈਕਸਟ ਆਪਾਂ ਦੇਖਾਂਗੇ ਕਿ ਵਾਕ ਕਿੰਨੀ ਤਰ੍ਹਾਂ ਦੇ ਹੁੰਦੇ ਆ, ਇਹਨਾਂ ਦਾ ਸਟਰਕਚਰ ਕੀ ਹੈ, ਕਿਹੜੇ ਕਿਹੜੇ ਸਟਰਕਚਰ ਨਾਲ ਕਿਹੜਾ ਕਿਹੜਾ ਵਾਕ ਬਣਦਾ। ਇਹ ਐਵੇਂ ਪੰਜਾਬੀ ਦੇ ਸਿਲੇਬਸ ਵਿੱਚ ਵੀ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਵਾਕ ਬਣਤਰ। ਇਹ ਭਾਸ਼ਾ ਵਿਗਿਆਨ ਦਾ ਇੱਕ ਚੈਪਟਰ ਆ ਜੋ ਆਪਾਂ ਲੈ ਕੇ ਚੱਲ ਰਹੇ ਹਾਂ। ਸੋ ਧੰਨਵਾਦ ਜੀ।